ਸੰਖੇਪ ਜੀਵਨ ਇਤਿਹਾਸ ਬਾਬਾ ਦੀਪ ਸਿੰਘ ਜੀ ਸ਼ਹੀਦ। ਬਾਬਾ ਦੀਪ ਸਿੰਘ ਜੀ ਇੱਕ ਮਹਾਨ ਸੰਤ ਸਿਪਾਹੀ ਹੋਏ ਹਨ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਪਾਨ ਕੀਤਾ ਸੀ। ਬਾਬਾ ਜੀ ਜਿੱਥੇ ਭਗਤ ਸੂਰਮੇ ਆਗੂ ਜਰਨੈਲ ਤੇ ਸਿਪਾਹੀ ਸਨ, ਉੱਥੇ ਵਿਦਵਾਨ ਵੀ ਸਨ। ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਉਤਾਰੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਬੈਠ ਕੇ ਕੀਤੇ ਸਨ। 4 ਉਤਾਰੇ 4 ਤਖਤਾਂ ਤੇ ਵੀ ਭੇਜੇ ਸਨ। ਬਾਬਾ ਦੀਪ ਸਿੰਘ ਜੀ ਦਾ ਜਨਮ ਸੰਨ 1682 ਵਿੱਚ ਪਿੰਡ ਪਹੂਵਿੰਡ ਮਾਝਾ ਵਿੱਚ ਮਾਤਾ ਜਿਉਣੀ ਜੀ ਦੀ ਕੁੱਖ ਤੋਂ ਹੋਇਆ। ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਭਾਈ ਭਗਤਾ ਜੀ ਸੀ, ਜੋ ਜ਼ਿਮੀਂਦਾਰਾ ਸਨ। ਬਾਬਾ ਦੀਪ ਸਿੰਘ ਜੀ ਸੰਨ 1700 ਦੀ ਵਿਸਾਖੀ ਨੂੰ ਆਪਣੇ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਆਏ ਅਤੇ ਅੰਮ੍ਰਿਤ ਭਾਵ ਕੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ। ਸਿੰਘ ਸੱਜਣ ਮਗਰੋਂ ਆਪ ਜੀ ਨੇ ਪੰਥ ਦੀ ਸੇਵਾ ਵਿੱਚ ਆਪਣਾ ਜੀਵਨ ਹੀ ਲਾ ਦਿੱਤਾ। ਅਨੇਕਾਂ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਜਾਨ ਹੂਲ ਕੇ ਲੜੇ। ਬਾਬਾ ਬੰਦਾ ਸਿੰਘ ਜੀ ਦੇ ਸਮੇਂ ਵੀ ਆਪ ਜੀ ਨੇ ਕਈ ਜੰਗਾਂ ਵਿੱਚ ਹਿੱਸਾ ਲਿਆ। ਮਿਸਲਾਂ ਦੇ ਸਮੇਂ ਉਹਨਾਂ ਨੇ ਮਿਸਲ ਸ਼ਹੀਦਾਂ ਦੀ ਜਥੇਦਾਰੀ ਕੀਤੀ। ਇਸ ਮਿਸਲ ਵਿੱਚ ਸਿੰਘਾਂ ਦੀ ਗਿਣਤੀ ਭਾਵੇਂ ਕੁਝ ਘੱਟ ਹੀ ਰਹੀ ਹੈ, ਪਰ ਇਸ ਦਾ ਨਾਮ ਬਹਾਦਰੀ ਅਤੇ ਜੁਰਅਤ ਕਰਕੇ ਸਦਾ ਹੀ ਕਾਇਮ ਰਿਹਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਚੌਥੇ ਹਮਲੇ 1756-57 ਦੇ ਮਗਰੋਂ ਲਾਹੌਰ ਦੀ ਗਵਰਨਰੀ ਉਸ ਦੇ ਪੁੱਤਰ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੇ ਹੱਥ ਆਈ। ਇਸ ਹਮਲੇ ਸਮੇਂ ਜਦ ਅਬਦਾਲੀ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਦਿੱਲੀ ਤੋਂ ਲੈ ਕੇ ਚਨਾਬ ਤੱਕ ਉਸ ਦਾ ਪਿੱਛਾ ਕੀਤਾ। ਉਹ ਉਸ ਦੀਆਂ ਫੌਜਾਂ ਤੇ ਹਮਲੇ ਕਰਦੇ ਰਹੇ ਅਤੇ ਉਸ ਕੋਲੋਂ ਲੁੱਟ ਦਾ ਮਾਲ ਖੋਹਦੇ ਰਹੇ। ਸਿੱਖਾਂ ਦਾ ਇੱਕ ਹਮਲਾ ਤਾਂ ਇੰਨਾ ਤੇਜ਼ ਸੀ ਕਿ ਇਹ ਖਬਰ ਅਫਵਾਹ ਵੀ ਫੈਲ ਗਈ ਕਿ ਤੈਮੂਰ ਵੀ ਪਕੜਿਆ ਗਿਆ ਹੈ। ਅਬਦਾਲੀ ਜਾਂਦਾ ਹੋਇਆ ਸਿੱਖਾਂ ਨੂੰ ਮਜ਼ਾ ਚਖਾਉਣ ਦਾ ਹੁਕਮ ਦੇ ਗਿਆ ਸੀ। ਸਿੱਖਾਂ ਨੇ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਲਈ ਅੰਮ੍ਰਿਤਸਰ ਇਕੱਠਿਆਂ ਹੋਣ ਦੀ ਵਿਚਾਰ ਕੀਤੀ। ਤੈਮੂਰ ਅਤੇ ਜਹਾਨ ਖਾਨ ਸਿੱਖਾਂ ਵਿਰੁੱਧ ਸਿੱਧੀ ਕਾਰਵਾਈ ਲਈ ਸੋਚ ਰਹੇ ਸਨ। ਜਦ ਉਹਨਾਂ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਇਕੱਠ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸ ਸਮੇਂ ਗਨੀਮਤ ਸਮਝ ਕੇ ਹਮਲਾ ਕਰਨ ਦੀ ਸੋਚੀ। ਹਮਲੇ ਦੀ ਮਜ਼ਹਬੀ ਰੰਗਤ ਦੇਣ ਲਈ ਜਹਾਦ ਦਾ ਝੰਡਾ ਝੁਲਾਇਆ ਗਿਆ। ਜਹਾਨ ਖਾਨ ਨੂੰ ਕਿਸੇ ਨੇ ਦੱਸਿਆ ਕਿ ਸਿੱਖਾਂ ਨੂੰ ਖਤਮ ਕਰਨ ਦਾ ਕੇਵਲ ਇੱਕੋ ਰਾਹ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਾਹ ਦਿੱਤਾ ਜਾਏ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਜਾਏ। ਉਸ ਦਾ ਵਿਚਾਰ ਸੀ ਕਿ ਸਿੱਖ ਸਰੋਵਰ ਚੋਂ ਅੰਮ੍ਰਿਤ ਪੀ ਕੇ ਅਮਰ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਲੜਨ ਦੀ ਅਥਾਹ ਸ਼ਕਤੀ ਆ ਜਾਂਦੀ ਹੈ। ਇਹ ਸੁਣ ਕੇ ਜਹਾਨ ਖਾਨ 7000 ਫੌਜ ਲੈ ਕੇ ਅੰਮ੍ਰਿਤਸਰ ਆਇਆ ਅਤੇ ਉਸਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਹ ਕੇ ਸਰੋਵਰ ਨੂੰ ਪੂਰ ਦਿੱਤਾ। ਇਸ ਬੇਅਦਬੀ ਦੀ ਖਬਰ ਸਿੱਖਾਂ ਵਿੱਚ ਬਿਜਲੀ ਦੀ ਅੱਗ ਵਾਂਗ ਫੈਲ ਗਈ ਅਤੇ ਹਰ ਸਿੱਖ ਦੇ ਹਿਰਦੇ ਵਿੱਚ ਰੋਹ ਦੇ ਭਾਂਬੜ ਮੱਚ ਉੱਠੇ। ਜਦ ਇਹ ਖਬਰ ਬਾਬਾ ਦੀਪ ਸਿੰਘ ਜੀ ਨੂੰ ਬਠਿੰਡੇ ਦੀ ਧਰਤੀ ਤੇ ਪਹੁੰਚੀ ਤਾਂ ਉਹਨਾਂ ਦੇ ਖੂਨ ਨੇ ਉਬਾਲਾ ਖਾਧਾ। ਉਹਨਾਂ ਨੇ ਪ੍ਰਣ ਕੀਤਾ ਕਿ ਜਦ ਤੱਕ ਵੈਰੀਆਂ ਨੂੰ ਇਸ ਬੇਇੱਜ਼ਤੀ ਦਾ ਸਬਕ ਨਾ ਸਿਖਾ ਦਿੱਤਾ ਜਾਏ, ਉਹ ਇੱਕ ਪਲ ਵੀ ਆਰਾਮ ਨਹੀਂ ਕਰਨਗੇ। ਉਹਨਾਂ ਨੇ ਦੂਰ ਦੂਰ ਸਿੱਖ ਸੰਗਤਾਂ ਨੂੰ ਸੱਦਾ ਪੱਤਰ ਭੇਜੇ ਅਤੇ ਲਿਖਿਆ ਕਿ ਹਰ ਸਿੱਖ ਜਿਸ ਨੂੰ ਧਰਮ ਪਿਆਰਾ ਹੈ, ਫੌਰਨ ਦਰਬਾਰ ਸਾਹਿਬ ਦੀ ਇੱਜ਼ਤ ਨੂੰ ਕਾਇਮ ਰੱਖਣ ਲਈ ਆਪਣਾ ਆਪ ਪੇਸ਼ ਕਰੇ। ਇਹ ਸੁਨੇਹਾ ਪਹੁੰਚਦਿਆਂ ਹੀ ਸਿੱਖਾਂ ਨੇ ਬਠਿੰਡੇ ਵੱਲ ਵਹੀਰਾਂ ਘੱਤ ਦਿੱਤੀਆਂ। ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਮਾਲਵੇ ਦੇ ਲੱਖੀ ਜੰਗਲ ਵਿੱਚੋਂ ਜਿੱਥੇ ਕਿਤੇ ਵੀ ਸਿੱਖ ਰਹਿੰਦੇ ਸਨ, ਉਹ ਬਾਬਾ ਦੀਪ ਸਿੰਘ ਜੀ ਪਾਸ ਆ ਪਹੁੰਚੇ। ਬਾਬਾ ਜੀ ਕੋਲ ਲਗਭਗ 5000 ਸਿੰਘ ਇਕੱਠੇ ਹੋ ਗਏ। ਬਾਬਾ ਜੀ ਨੇ ਸਿੰਘਾਂ ਨੂੰ ਕਿਹਾ ਕਿ ਅਣਖ ਦੀ ਜ਼ਿੰਦਗੀ ਹੀ ਅਸਲ ਜ਼ਿੰਦਗੀ ਹੈ। ਜੇ ਜਿਉਣਾ ਹੈ
ਤਾਂ ਅਣਖ ਨਾਲ ਜਿਉਣਾ ਹੈ, ਜੇ ਮਰਨਾ ਹੈ ਤਾਂ ਵੀ ਅਣਖ ਨਾਲ ਹੀ ਮਰਨਾ ਹੈ। ਬਾਬਾ ਦੀਪ ਸਿੰਘ ਜੀ ਦੇ ਬਚਨਾਂ ਨੂੰ ਸੁਣ ਕੇ ਸਭ ਸਿੰਘ ਧਰਮ ਯੁੱਧ ਵਿੱਚ ਕੁੱਦਣ ਲਈ ਤਿਆਰ ਹੋ ਗਏ। ਇਸ ਤੋਂ ਬਾਅਦ ਅਰਦਾਸ ਕਰਕੇ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਦੀ ਕਮਾਨ ਹੇਠ ਹਰੀਕੇ ਪੱਤਨ ਰਾਹੀਂ ਅੰਮ੍ਰਿਤਸਰ ਵੱਲ ਨੂੰ ਕੂਚ ਕਰ ਦਿੱਤਾ। ਤਰਨਤਾਰਨ ਕੁਝ ਸਮਾਂ ਠਹਿਰ ਕੇ ਇਹ ਘੋੜ ਸਵਾਰ ਸੈਨਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਦਰਮਿਆਨ ਚੱਬੇ ਦੇ ਮੈਦਾਨ ਵਿੱਚ ਪਹੁੰਚ ਗਈ। ਉਧਰ ਸਿੱਖਾਂ ਦੀ ਇਸ ਤਿਆਰੀ ਦੀ ਖਬਰ ਜਹਾਨ ਖਾਨ ਨੂੰ ਵੀ ਪਹੁੰਚ ਗਈ। ਇਸ ਲਈ ਉਹ 20,000 ਫੌਜੀ ਨਾਲ ਲੈ ਕੇ ਇਹਨਾਂ ਦੇ ਮੁਕਾਬਲੇ ਲਈ ਆ ਗਿਆ। ਦੋਵੇਂ ਫੌਜਾਂ ਗੋਹਲਵੜ ਪਾਸ, ਜਿਹੜਾ ਅੰਮ੍ਰਿਤਸਰ ਤੋਂ ਕੋਈ 6 ਮੀਲ ਦੀ ਵਿੱਥ ਤੇ ਹੈ, ਆ ਮਿਲੀਆਂ ਅਤੇ ਇੱਕਦਮ ਕੱਟ-ਵੱਢ ਸ਼ੁਰੂ ਹੋ ਗਈ। ਕਮਸਾਨ ਦੀ ਲੜਾਈ ਹੋਈ। ਜਹਾਨ ਖਾਨ ਆਪਣੇ ਹਾਥੀ ਤੇ ਸਵਾਰ ਹੋ ਕੇ ਲੜਾਈ ਵੇਖ ਰਿਹਾ ਸੀ। ਬਾਬਾ ਦੀਪ ਸਿੰਘ ਦਾ ਇੱਕ ਸਾਥੀ, ਜਿਸ ਦਾ ਨਾਮ ਭਾਈ ਦਇਆਲ ਸਿੰਘ ਸੀ, 500 ਸੰਤ ਸਿਪਾਹੀ ਨਾਲ ਲੈ ਕੇ ਉਸ ਉੱਤੇ ਟੁੱਟ ਪਿਆ। ਭਾਈ ਦਇਆਲ ਸਿੰਘ ਨੇ ਘੋੜੇ ਨੂੰ ਉਛਾਲਿਆ ਅਤੇ ਬਿਜਲੀ ਦੀ ਫੁਰਤੀ ਨਾਲ ਜਹਾਨ ਖਾਨ ਦਾ ਸਿਰ ਲਾ ਕੇ ਰੱਖ ਦਿੱਤਾ। ਇਹ ਵੇਖ ਕੇ ਸਿੱਖਾਂ ਦੇ ਹੌਸਲੇ ਹੋਰ ਵੱਧ ਗਏ। ਉਹਨਾਂ ਨੇ ਭੁੱਖੇ ਸ਼ੇਰਾਂ ਵਾਂਗ ਇੱਕ ਹੋਰ ਹੱਲਾ ਬੋਲਿਆ। ਗਜ਼ਲ ਦੀ ਤਲਵਾਰ ਚੱਲੀ। ਮੁਸਲਮਾਨੀ ਫੌਜ ਦੇ, ਜਿਹੜੀ ਕਿ ਸਿੱਖ ਫੌਜ ਨਾਲੋਂ 3 ਗੁਣਾ ਸੀ, ਪੈਰ ਉਖੜ ਗਏ ਅਤੇ ਪਿਛਾਂਹ ਨੂੰ ਨੱਠ ਉੱਠੀ। ਪਰ ਮੌਕਾ ਐਸਾ ਬਣਿਆ ਕਿ ਲਾਹੌਰੋਂ ਮੁਗਲਾਂ ਦੀ ਤਾਜੀ ਕੁਮਕ ਪਹੁੰਚ ਗਈ ਅਤੇ ਭੱਜ ਰਹੀ ਮੁਸਲਮਾਨੀ ਫੌਜ ਦੀ ਜਾਨ ਵਿੱਚ ਜਾਨ ਆ ਗਈ। ਵੈਰੀ ਦੇ ਜਰਨੈਲ ਨੇ ਫੌਜ ਨੂੰ ਫਿਰ ਹੌਸਲਾ ਦੇ ਕੇ ਇਕੱਠਾ ਕੀਤਾ। ਅਮਾਨ ਖਾਨ ਨੇ ਬਾਬਾ ਦੀਪ ਸਿੰਘ ਨੂੰ 2 ਹੱਥ ਕਰਨ ਲਈ ਵੰਗਾਰਿਆ। ਬਾਬਾ ਦੀਪ ਸਿੰਘ ਸ਼ੇਰ ਵਾਂਗ ਗੱਜਦੇ ਉਸ ਤੇ ਜਾ ਪਏ। ਦੋਹਾਂ ਸੂਰਬੀਰਾਂ ਨੇ ਤਲਵਾਰ ਦੇ ਖੂਬ ਜੋਹਰ ਦਿਖਾਏ। ਅਚਾਨਕ ਦੋਹਾਂ ਦੇ ਵਾਰ ਇੱਕੋ ਸਮੇਂ ਤੇ ਹੋਣ ਕਰਕੇ ਦੋਵੇਂ ਇੱਕੋ ਸਮੇਂ ਸਖਤ ਜ਼ਖਮੀ ਹੋ ਗਏ। ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਅਤੇ ਮੂਰਛਾ ਖਾ ਕੇ ਡਿੱਗਦਿਆਂ ਵੇਖ ਉਹਨਾਂ ਦੇ ਇੱਕ ਸਾਥੀ ਨੇ ਆਵਾਜ਼ ਦਿੱਤੀ ਕਿ ਤੁਹਾਡਾ ਪ੍ਰਣ ਹਾਲੀ ਪੂਰਾ ਨਹੀਂ ਹੋਇਆ। ਤੁਸਾਂ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ। ਜਦੋਂ ਬਾਬਾ ਦੀਪ ਸਿੰਘ ਜੀ ਨੇ ਇਹ ਸੁਣਿਆ ਤਾਂ ਉਹਨਾਂ ਨੇ ਇੱਕ ਹੱਥ ਨਾਲ ਆਪਣੇ ਸੀਸ ਨੂੰ ਸਹਾਰਾ ਦਿੱਤਾ ਅਤੇ ਦੂਜੇ ਹੱਥ ਨਾਲ ਫੇਰ ਤਲਵਾਰ ਵਾਹੁਣੀ ਸ਼ੁਰੂ ਕਰ ਦਿੱਤੀ। ਖੂਬ ਕਮਸਾਨ ਦੀ ਲੜਾਈ ਹੋਈ। ਬਾਬਾ ਧਰਮ ਸਿੰਘ, ਖੇਮ ਸਿੰਘ, ਮਾਨ ਸਿੰਘ ਤੇ ਭਾਈ ਰਾਮ ਸਿੰਘ ਨੇ ਵੈਰੀਆਂ ਦੇ ਆਹੂ ਲਾ ਦਿੱਤੇ। ਭਾਈ ਹੀਰਾ ਸਿੰਘ ਨੇ ਜਰਨੈਲ ਸਾਬਰ ਅਲੀ ਨੂੰ, ਬਲਵੰਤ ਸਿੰਘ ਨੇ ਜ਼ਬਰਦਸਤ ਖਾਨ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ। ਜ਼ਬਰਦਸਤ ਖਾਨ ਦੀ ਮੌਤ ਨਾਲ ਮੁਗਲ ਸੈਨਾ ਦੇ ਹੌਸਲੇ ਟੁੱਟ ਗਏ ਅਤੇ ਉਸ ਨੇ ਨੱਸਦੇ ਹੋਏ ਅਟਾਰੀ ਜਾ ਕੇ ਸਾਹ ਲਿਆ। ਉਧਰ ਚਾਟੀਵਿੰਡ ਦੇ ਲਾਗੇ ਪਹੁੰਚ ਕੇ ਬਾਬਾ ਦੀਪ ਸਿੰਘ ਸਖਤ ਜ਼ਖਮੀ ਹੋਣ ਕਰਕੇ ਰੁਕ ਗਏ ਅਤੇ ਰਾਮਸਰ ਸਰੋਵਰ ਦੇ ਲਾਗੇ ਜਾ ਕੇ ਆਪਣੇ ਸਵਾਸ ਤਿਆਗ ਦਿੱਤੇ। ਉਸ ਦਿਨ ਸਨ 1757 ਦੇ ਨਵੰਬਰ ਮਹੀਨੇ ਦੀ 11 ਤਰੀਕ ਸੀ। ਉਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਆਪਣਾ ਪ੍ਰਾਣ ਪੂਰਾ ਕਰ ਦਿਖਾਇਆ। ਉਸ ਵੇਲੇ ਉਹਨਾਂ ਦੀ ਉਮਰ ਆਯੂ 75 ਵਰ੍ਹਿਆਂ ਦੀ ਸੀ। ਪੁਸਤਕ ਹਵਾਲਾ ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਸਾਖੀਆਂ। ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।